ਆਪਾਂ ਤਾਂ ਨਾ ਤਾਂ ਹੁਣ ਤੱਕ ਆਪਾਂ ਕੋਈ ਦੇਵੀ ਦੇਖੀ ਨਾ ਆਪਾਂ ਕੋਈ ਦੇਵਤਾ ਦੇਖਿਆ। ਜੇ ਮੈਨੂੰ ਕੋਈ ਪੁੱਛੇ ਨਾ ਤਾਂ ਮੈਂ ਕਹਿੰਦਾ ਵੀ ਮੇਰੇ ਮਾਂ-ਬਾਪ ਨਾਲੋਂ ਵੱਧ ਕੋਈ ਚੀਜ਼ ਨਹੀਂ ਹੈ ਬਸ। ਕਿਉਂਕਿ ਉਹਨਾਂ ਨੇ ਭੁੱਖੇ ਰਹਿ ਕੇ, ਮਾਂ-ਬਾਪ ਨੇ ਭੁੱਖੇ ਰਹਿ ਕੇ ਤਾਂ ਸਾਨੂੰ ਇੱਥੇ ਤੱਕ ਪਹੁੰਚਾਇਆ। ਇਹ ਤਾਂ ਹੁਣ ਸਾਡੀ ਹਿੰਮਤ ਹੈਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਢਾਹ ਕੇ ਹਿਸਾਬ ਨਾਲ ਪਹੁੰਚਾ ਸਕਦੇ ਹਾਂ। ਉਹ ਤਾਂ ਅਨਪੜ੍ਹ ਸੀਗੇ, ਸਾਡਾ ਪਰਿਵਾਰ ਤਾਂ ਹੁਣ ਪੜ੍ਹਿਆ ਲਿਖਿਆ ਹੈਗਾ। ਜੇ ਪੜ੍ਹਿਆ ਲਿਖਿਆ ਹੈ ਤਾਂ ਉਹਨਾਂ ਦੀ ਬਦੌਲਤ ਹੀ ਹੈ। 30 ਜੂਨ 2021 ਨੂੰ ਹਰਦੇਵ ਸਿੰਘ ਜੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਕੇ ਗੁਰੂ ਚਰਨਾਂ ਵਿੱਚ ਜਾ ਵਿਰਾਜੇ। ਉਹਨਾਂ ਦੀ ਜ਼ਿੰਦਗੀ ਦੇ ਅਹਿਮ ਵਿਚਾਰ ਮੈਂ ਦਵਿੰਦਰ ਸਿੰਘ ਤੁਹਾਡੇ ਨਾਲ ਸਾਂਝੇ ਕਰਨ ਲਈ ਹਾਜ਼ਰ ਹੋਇਆ ਹਾਂ। ਹਰਦੇਵ ਸਿੰਘ ਜੀ ਦਾ ਜਨਮ ਪਿਤਾ ਈਸ਼ਰ ਸਿੰਘ ਦੇ ਘਰ ਮਾਤਾ ਸ਼ਾਂਤੀ ਜੀ ਦੀ ਕੁੱਖੋਂ 16 ਸਤੰਬਰ 1941 ਨੂੰ ਪਿੰਡ ਧਮੋਟ ਵਿਖੇ ਹੋਇਆ। ਇਹ 6 ਭਰਾ ਅਤੇ 2 ਭੈਣਾਂ ਸਨ। ਸਭ ਤੋਂ ਵੱਡੇ ਭਰਾ ਦਾ ਨਾਂ ਹਰੀ ਸਿੰਘ ਸੀ। ਉਸ ਤੋਂ ਬਾਅਦ ਭੈਣ ਸੁਰਜੀਤ ਕੌਰ, ਸੁਖਦੇਵ ਸਿੰਘ ਤੋਂ ਬਾਅਦ ਆਤਮਾ ਸਿੰਘ, ਫਿਰ ਭੈਣ ਅਮਰਜੀਤ ਕੌਰ, ਅਜਮੇਰ ਸਿੰਘ ਅਤੇ ਸਭ ਤੋਂ ਛੋਟਾ ਭਰਾ ਹਰਬੰਸ ਸਿੰਘ ਸੀ। ਸਭ ਤੋਂ ਵੱਡੇ ਭਰਾ ਸਰਦਾਰ ਹਰੀ ਸਿੰਘ ਧਮੋਟ ਭਲਾਈ ਵਿਭਾਗ ਪੰਜਾਬ ਤੋਂ ਰਿਟਾਇਰ ਹੋਏ। ਉਹਨਾਂ ਨੇ ਤਨ ਮਨ ਧਨ ਨਾਲ ਸਮਾਜ ਦੀ ਸੇਵਾ ਕੀਤੀ। ਅੱਜ ਵੀ ਉਹਨਾਂ ਦੇ ਕੀਤੇ ਕੰਮਾਂ ਕਰਕੇ ਧਮੋਟ ਸਾਹਿਬ ਦੇ ਨਾਂ ਨਾਲ ਉਹਨਾਂ ਦੀ ਇੱਕ ਪਹਿਚਾਨ ਹੈ। ਭੈਣ ਸੁਰਜੀਤ ਕੌਰ ਤੋਂ ਬਾਅਦ ਉਹਨਾਂ ਦੇ ਦੂਜੇ ਭਰਾ ਸਨ ਮਾਸਟਰ ਸੁਖਦੇਵ ਸਿੰਘ। ਇਹ ਸਿੱਖਿਆ ਵਿਭਾਗ ਵਿੱਚੋਂ ਰਿਟਾਇਰ ਹੋਏ। ਸਾਰੇ ਇਹਨਾਂ ਨੂੰ ਮਾਸਟਰ ਸੁਖਦੇਵ ਸਿੰਘ ਦੇ ਨਾਂ ਨਾਲ ਜਾਣਦੇ ਨੇ। ਇਹਨਾਂ ਦੇ ਆਪਣੇ ਨਾਂ ਨੂੰ ਸਾਰਥਕ ਕੀਤਾ। ਮਾਸਟਰ ਦਾ ਮਤਲਬ ਸੇਧ ਦੇਣ ਵਾਲਾ, ਲੋਕਾਂ ਨੂੰ ਜਾਗਰੂਕ ਕਰਨ ਵਾਲਾ। ਇਹਨਾਂ ਨੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ ਅਤੇ ਭਰੂਣ ਹੱਤਿਆ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ। ਇਹ ਬੀਐਸਪੀ ਪਾਰਟੀ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਰਹੇ ਅਤੇ ਵਿਧਾਨ ਸਭਾ ਹਲਕਾ ਪਾਇਲ ਤੋਂ ਇਹਨਾਂ ਨੇ ਐਮਐਲਏ ਦੀ ਇਲੈਕਸ਼ਨ ਵੀ ਲੜੀ। ਇਹਨਾਂ ਨੇ ਬੱਚਿਆਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਜੋ ਅੱਜ ਵੀ ਜਾਰੀ ਹੈ। ਹਰਦੇਵ ਸਿੰਘ ਤੋਂ ਛੋਟੇ ਇਹਨਾਂ ਦੇ ਭਰਾ ਇੰਜੀਨੀਅਰ ਆਤਮਾ ਸਿੰਘ ਜੋ ਰੇਲਵੇ ਵਿਭਾਗ ਤੋਂ ਰਿਟਾਇਰ ਹੋਏ ਨੇ। ਇਹ ਵੀ ਤਨ ਮਨ ਧਨ ਨਾਲ ਸਮਾਜ ਦੀ ਸੇਵਾ ਲਈ ਸਮਰਪਿਤ ਰਹਿੰਦੇ ਨੇ। ਭੈਣ ਅਮਰਜੀਤ ਕੌਰ ਤੋਂ ਛੋਟਾ ਭਰਾ ਅਜਮੇਰ ਸਿੰਘ ਜੋ ਟਾਊਨ ਪਲੈਨਿੰਗ ਵਿਭਾਗ ਪੰਜਾਬ ਤੋਂ ਰਿਟਾਇਰ ਹੋਏ, ਜੋ ਮਿੱਠ ਬੋਲੜੇ ਅਤੇ ਸ਼ਾਂਤ ਸੁਭਾਅ ਦੇ ਮਾਲਕ ਨੇ। ਹਰਦੇਵ ਸਿੰਘ ਆਪਣੇ ਭਰਾਵਾਂ ਵਿੱਚੋਂ ਤੀਜੇ ਨੰਬਰ ਤੇ ਸਨ। ਆਪ ਜੀ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਧਮੋਟ ਦੇ ਪ੍ਰਾਇਮਰੀ ਸਕੂਲ ਅਤੇ ਬਾਅਦ ਵਿੱਚ BN ਖਾਲਸਾ ਪੋਲੀਟੈਕਨਿਕ ਤੋਂ ਕੀਤੀ। ਆਪ ਫੁੱਟਬਾਲ ਦੇ ਬਹੁਤ ਅੱਛੇ ਖਿਡਾਰੀ ਸਨ। ਇਹਨਾਂ ਨੇ ਸਖਤ ਮਿਹਨਤ ਨਾਲ ਪਰਿਵਾਰ ਨੂੰ ਬੁਲੰਦੀਆਂ ਤੇ ਪਹੁੰਚਾਇਆ। ਆਪ ਜੀ ਦੀ ਸ਼ਾਦੀ 1967 ਵਿੱਚ ਪਿੰਡ ਮੋਰਾਵਾਲੀ ਦੀ ਰਾਜਵੰਤ ਕੌਰ ਨਾਲ ਹੋਈ। ਆਪ ਜੀ ਦੇ ਘਰ 3 ਪੁੱਤਰ ਅਤੇ 1 ਧੀ ਨੇ ਜਨਮ ਲਿਆ। ਸਭ ਤੋਂ ਵੱਡੇ ਬੇਟੇ ਦਾ ਨਾਮ ਓਂਕਾਰ ਸਿੰਘ ਹੈ। ਉਸ ਤੋਂ ਬਾਅਦ ਹਰਿੰਦਰ ਸਿੰਘ, ਫਿਰ ਬੇਟੀ ਬਲਵਿੰਦਰ ਕੌਰ ਅਤੇ ਸਭ ਤੋਂ ਛੋਟਾ ਬੇਟਾ ਕੁਲਜੀਤ ਸਿੰਘ ਹੈ। ਹਰਦੇਵ ਸਿੰਘ ਜੀ 1957 ਵਿੱਚ ਲੁਧਿਆਣੇ ਆਏ। ਉਹਨਾਂ ਨੇ ਗੋਬਿੰਦ ਰਾਮ ਐਂਡ ਸੰਸ ਅਤੇ ਮੈਟਰੋ ਟਾਇਰ ਲਿਮਟਿਡ ਵਿੱਚ ਕਈ ਸਾਲ ਕੰਮ ਕੀਤਾ। ਤਕਨੀਕੀ ਰੂਪ ਦੇ ਵਿੱਚ ਇਹ ਬਹੁਤ ਮਾਹਿਰ ਸਨ। ਇਹਨਾਂ ਨੂੰ ਉਸ ਸਮੇਂ ਦੀ ਪ੍ਰਸਿੱਧ ਮੈਗਜ਼ੀਨ ਪ੍ਰੀਤ ਲੜੀ ਪੜ੍ਹਨ ਦਾ ਬਹੁਤ ਸ਼ੌਕ ਸੀ। ਇਹ ਜਦ ਵੀ HMT ਪੰਜੌਰ ਕਿਸੇ ਜ਼ਰੂਰੀ ਕੰਮ ਵਾਸਤੇ ਆਉਂਦੇ ਤਾਂ ਹਮੇਸ਼ਾ ਇਹਨਾਂ ਦੇ ਹੱਥ ਵਿੱਚ ਪ੍ਰੀਤ ਲੜੀ ਮੈਗਜ਼ੀਨ ਹੁੰਦੀ। ਇਹ ਸਾਬਿਤ ਕਰਦਾ ਸੀ ਕਿ ਇਹ ਬਹੁਤ ਜਾਗਰੂਕ ਨੇ, ਸਮਾਜ ਨੂੰ ਸੇਧ ਦੇਣ ਵਾਲੇ ਨੇ। ਪੜ੍ਹਨ ਲਿਖਣ ਦਾ ਜੋ ਇਹਨਾਂ ਦਾ ਸ਼ੌਕ ਸੀ ਉਹ ਬਹੁਤ ਹੀ ਵਧੀਆ ਸੀ। 1996 ਵਿੱਚ ਮੈਟਰੋ ਟਾਇਰ ਲਿਮਟਿਡ ਤੋਂ ਨੌਕਰੀ ਛੱਡ ਕੇ ਇਹਨਾਂ ਨੇ ਆਪਣੀ ਬਿਜਲੀ ਦੀ ਦੁਕਾਨ ਖੋਲ੍ਹ ਲਈ।
ਇਹ ਹਮੇਸ਼ਾ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਦੇ। ਪਿੰਡ ਧਮੋਟ ਵਿੱਚ ਬੱਚਿਆਂ ਦੇ ਸਨਮਾਨ ਸਮਾਰੋਹ ਵਿੱਚ ਹਰ ਸਾਲ ਸ਼ਾਮਲ ਹੁੰਦੇ। ਮਿਹਨਤੀ, ਦ੍ਰਿੜ ਇਰਾਦੇ ਵਾਲੇ ਸੰਘਰਸ਼ੀ ਸਨ ਹਰਦੇਵ ਸਿੰਘ। ਸਰਦਾਰ ਹਰਦੇਵ ਸਿੰਘ ਜੀ ਜਿੰਦਾ ਦਿਲ ਇਨਸਾਨ ਸਨ, ਜਿਸ ਦੇ ਹੱਸਣ ਨਾਲ ਵਾਤਾਵਰਣ ਵਿੱਚ ਇੱਕ એનર્ਜੀ ਪੈਦਾ ਹੋ ਜਾਂਦੀ ਸੀ। ਇਸ ਗੱਲ ਦਾ ਸਬੂਤ ਹੈ ਇਹ ਦੋ ਭਰਾਵਾਂ ਦੀ ਗੁਫ਼ਤਗੂ ਆਪਣੇ ਪਰਿਵਾਰਕ ਮੈਂਬਰਾਂ ਨਾਲ। ਮੈਂ ਨਾ ਇੱਥੇ ਚੀਜ਼ ਸੋਚਦਾ ਵੀ ਕਿਤੇ ਕੋਈ ਫੋਟੋਗ੍ਰਾਫ ਨਾ ਗੱਲ ਤਾਂ ਫੋਟੋ ਦੀ ਹੈਗੀ ਆ। ਸਾਰੀ ਮਿਹਨਤ ਮੁੰਡੇ ਦੀ ਬੇਕਾਰ ਜਾਵੇਗੀ। ਇਹ ਗੱਲਾਂ ਵੈਸੇ ਯਾਦਗਾਰ ਰਹਿ ਜਾਂਦੀਆਂ ਨੇ। ਚੱਲ ਆਓ ਲਓ ਚਾਚਾ ਸਦਾ ਨਿਕਲ ਚਲੋ ਫਿਰ ਵੀ ਆ ਗਿਆ। ਅਰੇ ਉਹ ਤਾਂ ਢੋਲਿਆ ਹੋ ਕੇ ਜਾਣਾ ਸੀ। ਚਾਚਾ ਤੂੰ ਹੀ ਕਹਿੰਦੇ ਸਦਾ ਨਿਕਲ ਚਲੋ। ਫਿਰ ਉਹ ਸ਼ੇਰਪੁਰ ਦੇ ਕੋਲ ਆ ਕੇ ਦੱਸਿਆ ਮੈਂ ਕਿਹਾ ਚੱਲ ਇੱਧਰ ਚੱਲ ਇੱਧਰ ਚੱਲ ਚੱਲ ਆਪਾਂ ਨੂੰ ਕਹਿੰਦਾ ਗੱਡੀ ਦਾ ਸਟੀਅਰਿੰਗ ਵੀ ਹੈ ਘੁਮਾਉਣਾ। ਹਾਂ ਬਸ ਕੋਈ ਪਰੇਸ਼ਾਨੀ ਥੋੜੋ ਹੈ। ਹਾਂ ਜੀ ਇਹ ਨਾ ਅਸੀਂ ਇਕੱਠੇ ਹੋਏ ਕਦੇ ਇੱਕੋ ਹੀ ਵਿਆਹ 'ਚ ਹੋਇਆ ਬਸ। ਬੱਬੂ ਦਾ ਵਿਆਹ ਹਾਂ ਜੀ ਜੇ ਕਰਾ ਤਵਾ ਲਾਈਏ ਨਾ ਆਪਣਾ ਨਹੀਂ ਪਤਾ ਕਿੰਨੀ ਫੀਸ ਲੈਣੀ। ਹਾਂ ਲੈ ਲਓ ਵੀ ਖਾਓ ਬਸ। ਮੇਰੇ ਹੁਣ ਤਾਂ ਦੰਦ ਜ਼ਿਆਦਾ ਨਿਕਲੇ ਸ਼ੁਰੂ ਹੋ ਗਏ ਨੇ। ਮੈਂ ਸੋਚਦਾ ਹੁੰਦਾ ਵੀ ਜਿਹੜੇ ਸਾਡੇ ਮਾਂ-ਬਾਪ ਸੀ ਉਹ ਰੋਟੀ ਕਿਵੇਂ ਖਾਂਦੇ ਸੀ। ਨਹੀਂ ਬਾਬੂ ਜੀ ਨੇ ਕੋਈ ਲਵਾਇਆ ਹੀ ਨਹੀਂ, ਉਦਾਂ ਹੀ ਰੋਟੀ ਖਾ ਲੈਂਦੇ। ਖਾ ਲੈਂਦੇ ਆ ਉਦਾਂ ਹੀ ਖਾ ਜਾਂਦੇ। ਉਹਦਾ ਬੁੱਤੀ ਮਜ਼ਬੂਤ ਹੋ ਗਈ। ਹਾਂ ਬਰਸ਼ ਵੀ ਨਹੀਂ ਕਰਦੇ, ਦਾਤ ਨਹੀਂ ਕਰਦੇ ਸੀ। ਉਹ ਵੀ ਕਰਕੇ ਦਮ ਉਹਨਾਂ ਨੇ ਜ਼ਿਆਦਾ ਖਰਾਬ ਰੋਜ਼ ਦੂਸਰੇ ਤੀਸਰੇ ਦਿਨ ਰੋਜ਼। ਮੈਂ ਹੁਣ ਡਾਕਟਰ ਨੂੰ ਦਿਖਾਇਆ, ਮੇਰੇ ਥੋੜਾ ਮੁਸ਼ਕਲ ਆਉਣ ਲੱਗੀ ਸੀਗੀ। ਉਹ ਕਹਿੰਦਾ ਇੱਕ ਇੱਕ ਕਰਕੇ ਸਾਰੇ ਦਮ ਕੱਢਣੇ ਪੈਣੇ ਨੇ ਕਹਿੰਦਾ। ਆਪਣੇ ਮਤਲਬ ਦਾ ਕੰਮ ਕਰਨਾ ਉਹਨਾਂ ਨੇ। ਹੋਰ ਕਿਆ। ਉਹ ਗਾਣੇ ਜਦ ਦੁਨੀਆ ਨੂੰ ਬੁੱਧੂ ਬਣਾ ਰੱਬ ਨੇ ਬੁੱਧੂ ਬਣਾ। ਇਹ ਤਾਂ ਅੱਜ ਬੜਾ ਸੋਹਣਾ ਮੌਕਾ ਸੀ। ਸਾਰੇ ਫੰਕਸ਼ਨ ਅਸੀਂ ਆਪ ਉਦੋਂ ਜਵਾਨਾ ਹੀ ਹੁੰਦਾ ਸੀ, ਕੋਈ ਪੜਾਉਂਦਾ ਸੀ। ਉਹ ਕਹਿੰਦਾ ਵੀ ਪੀਐਨ ਦੀ ਪੰਜਾਬੀ ਦੱਸੋ ਕੀ ਹੁੰਦੀ ਆ। ਇੱਕ ਨੇ ਹੱਥ ਖੜਾ ਕੀਤਾ, ਕਹਿੰਦਾ ਹਾਂ ਵੀ ਦੱਸ। ਕਹਿੰਦਾ ਜੀ ਪਾਲਾ ਸਿੰਘ। ਉਹ ਯਾਰ ਪੀਐਨ ਦੀ ਦਾ ਨਾਮ ਕੀ ਹੈ? ਪਾਲਾ ਸਿੰਘ। ਯਾਰ ਠੀਕ ਹੈ ਗੱਲ। ਉਹ ਸਾਰੀ ਗੱਲ ਅਸੀਂ ਜਾਵੇ ਕਿ ਮੇਰਾ ਪਾਲਾ ਸਿੰਘ। ਹਾਂ ਵੀ ਠੀਕ ਹੈ ਵੀ ਪੀਏ ਦੇ ਨਾਂ ਤੋਂ ਪਾਲਾ ਸਿੰਘ ਹੀ ਆ। ਹਾਂ ਕੀ ਗੱਲ ਕਹਿੰਦੀ ਮੇਰਾ ਬੁੜਾ ਬਾਹਰ ਆਇਆ ਕਹਿੰਦਾ। ਮੇਰਾ ਬੁੜਾ ਬਾਹਰ ਆਇਆ ਕਹਿੰਦਾ ਕਿਉਂ ਹੋ ਗਿਆ। ਉਹਦਾ ਇੱਕ ਮਾੜਾ ਥੱਪੜ ਲਾ ਕੇ ਮਾਰ ਕੇ ਪਹਿਲਾਂ ਪੈਰੀ ਹੱਥ ਲਾ, ਫਿਰ ਉਹਨੂੰ ਬਾਪੂ ਜੀ ਕਹਿ। ਉਹ ਜਾ ਕੇ ਉਹਨੇ ਜਾ ਕੇ ਨਾ ਪੈਰੀ ਹੱਥ ਲਾਇਆ ਉਹਦੇ। ਉਹ ਦੇਖਦਾ ਰਿਹਾ ਮਾਸਟਰ। ਉਹ ਮਾਸਟਰ ਮੁੰਡੇ ਦੇ ਨਾਲ ਹੀ ਅੰਦਰ ਆ ਗਿਆ। ਉਹ ਕਹਿੰਦੇ ਅੱਜ ਤੁਸੀਂ ਅਕਲ ਦੀ ਗੱਲ ਦੱਸੀ। ਮੈਨੂੰ ਤਾਂ ਕਹਿੰਦਾ ਸਾਰਾ ਬੁੜਾ ਹੀ ਕਹਿੰਦਾ ਹੁਣ ਤੱਕ। ਬੜੇ ਬੜੇ ਕਹਿੰਦਾ ਮੈਂ ਤਾਂ ਹੁਣ ਤੱਕ ਕਹਿੰਦਾ ਬੁੜਾ ਹੀ ਕਹਿੰਦਾ ਰਿਹਾ ਕਹਿੰਦਾ। ਕਹਿੰਦੇ ਬੁੜੇ ਨੂੰ ਬੁਲਾ ਲਿਆ। ਉਹ ਬਾਪੂ ਤਾਂ ਕਹਿੰਦੇ ਹਾਂ ਜਾ ਬੁੜੇ ਨੂੰ ਬੁਲਾ ਲਿਆ। ਕਹਿੰਦਾ ਅੱਜ ਨੂੰ ਕੋਈ ਕਹਿੰਦਾ ਬਾਪੂ ਜੀ ਕਹਿੰਦਾ। ਚਾਚਾ ਹਰਦੇਵ ਸਿੰਘ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀ। ਉਹਨਾਂ ਦਾ ਕਹਿਣਾ ਸੀ ਸਾਡਾ ਕੰਮ ਮਿਹਨਤ ਕਰਨਾ ਹੈ, ਬਾਕੀ ਉੱਪਰ ਵਾਲੇ ਦੀ ਮਰਜ਼ੀ। ਇੱਕ ਵਾਰੀ ਉਹ ਪੇਵੇ ਗਏ ਅਤੇ ਪੰਡਤਾਂ ਨਾਲ ਕੀ ਗੱਲ ਹੋਈ ਉਹ ਵੀ ਸੁਣੋ ਚਾਚਾ ਜੀ ਦੀ ਆਪਣੀ ਜ਼ੁਬਾਨੀ। ਇਹ ਹੈਗੀ 1900 ਤਕਰੀਬਨ 61 ਦੀ ਗੱਲ ਹੋ ਗਈ, 60 61 ਦੀ ਗੱਲ ਹੋ ਗਈ ਵੀ ਜਿਸ ਟਾਈਮ ਮਤਲਬ ਮੈਂ ਆਪਣੇ ਬਾਪੂ ਜੀ ਦੇ ਗਦਾ ਕਰਾਉਣ ਵਾਸਤੇ ਫੋਏ ਗਿਆ ਸੀਗਾ। ਤੇ ਫੋਏ ਗਿਆ ਸੀ ਤੇ ਉੱਥੇ ਜਿਹੜੀ ਚੀਜ਼ ਮੈਂ ਦੇਖੀ ਉਹ ਕਹਿਣ ਲੱਗੇ ਵੀ ਜੀ ਤੁਸੀਂ ਕਿਹਦੀ ਗਦਾ ਕਰਾਉਣ ਵਾਸਤੇ ਆਏ ਹੋ। ਮੈਂ ਕਿਹਾ ਜੀ ਮੇਰਾ ਬਾਪੂ ਜੀ ਹੈਗਾ, ਉਹਦਾ ਨਾਮ ਕੀ ਹੈ, ਈਸ਼ਰ ਸਿੰਘ ਹੈਗਾ। ਉਹ ਕਹਿਣ ਲੱਗੇ ਵੀ ਜਿਹੜੇ ਉਹਨਾਂ ਨੇ ਫਿਰ ਨਾਂ ਦੱਸੇ ਸੀਗੇ ਉਸ ਟਾਈਮ, ਲੇਕਿਨ ਮੇਰੇ ਉਸ ਟਾਈਮ ਯਾਦ ਹੀ ਨਹੀਂ ਸੀਗੇ ਵੀ ਕੀ ਮੇਰੇ ਬਾਪ ਮਤਲਬ ਗਾਂ ਦਾਦੀ ਦਾ ਕੀ ਨਾਂ ਹੈਗਾ। ਸ਼ਾਇਦ ਉਹਨਾਂ ਨੇ ਬਲਾਕੀ ਕਿਹਾ ਸੀਗਾ। ਫਿਰ ਉਹਨਾਂ ਨੇ ਕਿਹਾ ਜੀ ਬਈ ਤੁਸੀਂ ਉਹਨਾਂ ਆਪਣੇ ਜਿਹੜੇ ਤੁਹਾਡੇ ਪਿੱਤਰ ਹੈਗੇ ਨੇ ਨਾ ਵੀ ਤੁਹਾਡੇ ਬਾਪੂ ਜੀ ਕੀ ਪਹਿਨਦੇ ਸੀਗੇ। ਉਹਨਾਂ ਨੇ ਮੈਨੂੰ ਗਣਾਤਾ ਜੀ ਵੀ 51 ਰੁਪਏ ਦੇ ਦਿਓ, ਪਰ ਘਰੋਂ ਮਤਲਬ ਮੈਨੂੰ ਕਿਹਾ ਗਿਆ ਸੀ ਵੀ 5 ਰੁਪਏ ਤੋਂ ਵੱਧ ਨਹੀਂ ਦੇਣੇ ਹੈਗੇ।
ਵੀ ਅਸੀਂ ਸਾਰੇ ਵੀ ਜਿਹੜੇ ਪੈਸੇ ਨੇ 5 ਰੁਪਏ ਤੋਂ ਵੱਧ ਨਹੀਂ ਦੇਣੇ ਹੈਗੇ ਉਹ ਦੇ ਤੇ। ਫਿਰ ਉਹ ਕਹਿਣ ਲੱਗੇ ਜੀ ਆਪਣੇ ਪਿੱਤਰਾਂ ਨੂੰ ਤੁਸੀਂ ਨਾ ਘੋੜੇ ਤੇ ਚੜਾ ਦਿਓ। ਮੈਂ ਕਿਹਾ ਵੀ ਮੇਰਾ ਤਾਂ ਬਾਪੂ ਸਾਰੀ ਉਮਰ ਮਤਲਬ ਸਾਈਕਲ ਤੇ ਨਹੀਂ ਚੜਿਆ, ਘੋੜੇ ਤੇ ਕਿਵੇਂ ਚੜ ਜਾਊਗਾ। ਫਿਰ ਉਹ ਕਹਿਣ ਲੱਗੇ ਵੀ ਨਹੀਂ ਤੂੰ ਇੱਕ ਪਾਸੇ ਹੋ, ਐਵੇਂ ਸਾਡਾ ਕੰਮ ਖਰਾਬ ਕਰਦਾ ਹੈਗਾ। ਫਿਰ ਉਹ ਕਹਿਣ ਲੱਗੇ ਜੀ ਆਪਣੇ ਪਿੱਤਰਾਂ ਨੂੰ ਨਾ ਤੁਸੀਂ ਛਤਰੀਆਂ ਲੈ ਲਓ। ਮੈਂ ਕਿਹਾ ਬਈ ਛਤਰੀ ਤਾਂ ਲੋੜ ਹੀ ਨਹੀਂ ਪੈਂਦੀ ਹੈਗੀ। ਮੈਂ ਕਿਹਾ ਯਾਰ ਤੂੰ ਇਹ ਚੱਕਰ 'ਚ ਨਾ ਤੂੰ ਸਾਨੂੰ ਪਾ। ਫਿਰ ਉੱਥੇ ਗਾਹਾਂ ਉਹਨਾਂ ਨੇ ਕਾਫੀ ਕਹਿੰਦੇ ਜੀ ਜਿਹੜਾ ਨਾ ਦੀਵੇ ਲੈ ਕੇ ਲਵੋ ਬਈ ਉੱਥੇ ਜਿਹੜਾ ਜਿਹਨੂੰ ਆਪਾਂ ਸਵਰਗ ਕਹਿੰਦੇ ਹੈਗੇ ਆ ਵੀ ਉੱਥੇ ਹਨੇਰਾ ਹੈਗਾ। ਮਤਲਬ ਅੰਧ ਵਿਸ਼ਵਾਸ ਉਸ ਦੇ ਮੌਕੇ ਦੇ ਮੁਤਾਬਕ ਜਿਹੜੀ ਮਤਲਬ ਮੈਂ ਗੱਲ ਕਹੀ। ਮੈਂ ਕਿਹਾ ਵੀ ਗੱਲ ਸੁਣੋ ਮੈਂ ਇਹ ਚੱਕਰ 'ਤੇ ਨਹੀਂ ਪੈਂਦਾ। ਫਿਰ ਮੇਰੇ ਦਿਮਾਗ 'ਚ ਆਇਆ, ਮੈਂ ਕਿਹਾ ਚਲੋ ਯਾਰ ਆਨੇ ਦੇ ਲਾਈ ਲਓ। ਉਸ ਟਾਈਮ ਆਨੇ ਚੱਲਦੇ ਸੀਗੇ। ਮੈਂ ਉਹਨੂੰ ਕਿਹਾ ਮੈਂ ਕਿਹਾ ਲੈ ਬਈ 4 ਦੀਵੇ ਲਾ ਦੇ। ਉਹਨੇ 4 ਦੀਵੇ ਲਾ ਕੇ ਨਾ ਉਹ ਜਦੋਂ ਕਾਇਮ ਉਹਨੇ ਇੱਕੜ ਤਾਂ ਧਰਤਾ ਲੈ ਹੱਥ ਦੇ ਉੱਤੇ ਇੱਕੜ ਦੇਖੀ ਜਾਵੇ। ਉਹ ਮੈਂ ਗੱਲ ਸੁਣ ਬਾਈ ਤੈਨੂੰ ਮੈਂ ਪੈਸੇ ਦਿੱਤੇ ਨੇ, ਤੂੰ ਆਪਣੀ ਜਿਹੜੀ ਉਹ ਕਰਨ ਵਾਲੀ ਹੈਗੀ ਆ ਤੇਰੀ ਪ੍ਰਾਰਥਨਾ ਕਰ। ਉਹ ਕਹਿੰਦੀ ਇੱਥੇ ਬਥੇਰੇ ਆਉਂਦੇ ਨੇ, ਇਹ 2 ਦਿਨ ਦਾ ਸਾਡਾ ਮੇਲਾ ਹੈਗਾ, 2-3 ਦਿਨ ਦਾ ਸਾਡਾ ਮੇਲਾ ਹੈਗਾ, ਇਹ ਤਾਂ ਐਵੇਂ ਸਾਰਿਆਂ ਦੀ ਗਤਾ ਹੋ ਜਾਂਦੀ ਹੈਗੀ ਆ। ਫਿਰ ਅਸੀਂ ਭਾਈ ਗਾਹਾਂ ਚਲੇ ਗਏ। ਕਹਿੰਦੇ ਹੁਣ ਤੁਸੀਂ ਇੱਥੇ ਨਹਾ ਲਓ। ਉਹ ਇੰਨਾ ਗੰਦਾ ਪਾਣੀ ਸੀਗਾ, ਮਤਲਬ ਮੈਂ ਤਾਂ ਇਹ ਸਗੋਂ ਮੈਨੂੰ ਗਾਲਾਂ ਕੱਢਣ ਵੀ ਤੂੰ ਕਿੱਥੇ ਸਾਡੇ ਨਾਲ ਆ ਗਿਆ। ਮੈਂ ਖੈਰ ਉਹਨਾਂ ਦੇ ਕਰਕੇ ਨਾ ਮੂੰਹ ਤਾਂ ਜ਼ਰੂਰ ਧੋ ਲਿਆ, ਪਰ ਮੈਂ ਗਾਹਾਂ ਜਾ ਕੇ ਫਿਰ ਉਹ ਕਹਿਣ ਲੱਗੇ ਵੀ ਆਪਣੇ ਜਿਹੜੇ ਤੁਹਾਡੇ ਪਿੱਤਰ ਨੇ ਨਾ ਇਹਨਾਂ ਨੂੰ ਉੱਥੇ ਬਹੁਤ ਵੱਡਾ ਪਿੱਪਲ ਸੀਗਾ, ਕਮਲੇ ਬਰੋਟਾ ਸੀਗਾ। ਉਹ ਸੂਤ ਲੈ ਕੇ ਨਾ ਕਹਿੰਦੇ 7 ਗੇੜੇ ਦੇ ਦਿਓ ਐਸਾ ਹਿਸਾਬ ਦੇ ਨਾਲ। ਮੈਂ ਇਹਨਾਂ ਨੂੰ ਕਿਹਾ ਵੀ ਨਾ, ਕਹਿੰਦੇ ਵੀ ਇੱਥੇ ਕਹੋ ਵੀ ਪਿਤਾ ਜੀ ਤੁਸੀਂ ਇੱਥੇ ਰਹੋ। ਮੈਂ ਉੱਥੇ ਕਿਹਾ ਕਿ ਪਿਤਾ ਜੀ ਜਿੱਥੇ ਮਰਜ਼ੀ ਫਿਰੋ ਤੁਰੋ, ਕਿਉਂਕਿ ਸਾਡੀ ਤਾਂ ਜ਼ਿੰਦਗੀ ਹੀ ਇਹਨਾਂ ਨੇ ਬਣਾਈ ਆ, ਅਸੀਂ ਇਹਨਾਂ ਨੂੰ ਇੱਥੇ ਵੱਢ ਕੇ ਚਲੇ ਜਾਈਏ। ਉਸ ਤੋਂ ਬਾਅਦ ਭਾਈ ਫਿਰ ਮੈਂ ਨਲਕੇ ਦੇ ਜਾ ਕੇ ਹੱਥ ਮੂੰਹ ਧੋਤਾ। ਉਸ ਤੋਂ ਬਾਅਦ ਫਿਰ ਮੈਂ ਉੱਥੇ ਮੇਲਾ ਦੇਖਿਆ। ਜਿਹੜਾ ਉਹ ਮੈਂ ਰਜਿਸਟਰ ਦੇਖਿਆ ਨਾ ਉਹ ਕਾਫੀ ਵੱਡਾ ਸੀਗਾ, ਕਾਫੀ ਵੱਡਾ ਸੀ। ਤਾਂ ਮੈਨੂੰ ਉਹ ਕਹਿਣ ਲੱਗੇ ਹਾਂ ਬਈ ਕੀ ਗੋਤਰ ਆ। ਮੈਂ ਕਿਹਾ ਛਿੱਬਰ ਗੋਤਰ ਹੈਗਾ ਸਾਡਾ, ਵੀ ਸਾਡਾ ਜਿਹੜਾ ਗੋਤਰ ਹੈਗਾ ਛਿੱਬਰ ਹੈਗਾ। ਫਿਰ ਉਹਨਾਂ ਨੇ ਦੱਸਿਆ, ਫਿਰ ਉਹਨਾਂ ਨੇ ਮੇਰੇ ਬਾਪੂ ਦਾ ਨਾਮ ਵੀ ਦੱਸਿਆ ਤੇ ਮੇਰੇ ਦਾਦੇ ਦਾ ਨਾਮ ਵੀ ਦੱਸਿਆ, ਉਹ ਸੀਗਾ ਵਧਾਵਾ ਸਿੰਘ। ਤੇ ਫਿਰ ਉਹਨਾਂ ਦੇ ਬਾਪੂ ਦਾ ਨਾਮ ਵੀ ਦੱਸਿਆ, ਲੇਕਿਨ ਹੁਣ ਮੇਰੇ ਇਹ ਯਾਦ ਨਹੀਂ ਵੀ ਉਹਨਾਂ ਨੇ ਬਲਾਕੀ ਕਿਹਾ ਸੀ ਜਾਂ ਸਨਾਕੀ ਕਿਹਾ ਸੀ। ਮਤਲਬ ਮੈਂ ਉਸ ਟਾਈਮ ਮਤਲਬ ਜਾਣਕਾਰੀ ਹੈ ਨਹੀਂ ਸੀਗੀ ਵੀ ਮੈਂ ਇਸ ਨੂੰ ਰਿਕਾਰਡ ਕਰ ਸਕਾਂ। ਸਾਰਾ ਨੋਟ ਕਰਕੇ ਲੈ ਲਓ। ਆਪਾਂ ਤਾਂ ਨਾ ਤਾਂ ਹੁਣ ਤੱਕ ਆਪਾਂ ਕੋਈ ਦੇਵੀ ਦੇਖੀ ਨਾ ਆਪਾਂ ਕੋਈ ਦੇਵਤਾ ਦੇਖਿਆ। ਜੇ ਮੈਨੂੰ ਕੋਈ ਪੁੱਛੇ ਨਾ ਤਾਂ ਮੈਂ ਕਹਿੰਦਾ ਵੀ ਮੇਰੇ ਮਾਂ-ਬਾਪ ਨਾਲੋਂ ਵੱਧ ਕੋਈ ਚੀਜ਼ ਨਹੀਂ ਹੈ ਬਸ। ਕਿਉਂਕਿ ਉਹਨਾਂ ਨੇ ਭੁੱਖੇ ਰਹਿ ਕੇ, ਮਾਂ-ਬਾਪ ਨੇ ਭੁੱਖੇ ਰਹਿ ਕੇ ਤਾਂ ਸਾਨੂੰ ਇੱਥੇ ਤੱਕ ਪਹੁੰਚਾਇਆ। ਇਹ ਤਾਂ ਹੁਣ ਸਾਡੀ ਹਿੰਮਤ ਹੈਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਗਾਂ ਕਿਸੇ ਹਿਸਾਬ ਨਾਲ ਪਹੁੰਚਾ ਸਕਦੇ ਹੈਗੇ। ਉਹ ਤਾਂ ਅਨਪੜ੍ਹ ਸੀਗੇ, ਸਾਡਾ ਪਰਿਵਾਰ ਤਾਂ ਹੁਣ ਪੜ੍ਹਿਆ ਲਿਖਿਆ ਹੈਗਾ। ਜੇ ਪੜ੍ਹਿਆ ਲਿਖਿਆ ਹੈ ਤਾਂ ਉਹਨਾਂ ਦੀ ਬਦੌਲਤ ਹੀ ਹੈ। ਸੰਘਰਸ਼ਮਈ ਜ਼ਿੰਦਗੀ ਦੇ ਪਲ ਸਾਂਝੇ ਕਰਦੇ ਹੋਏ ਚਾਚਾ ਹਰਦੇਵ ਸਿੰਘ ਜੀ। ਜਦ ਮੈਂ ਲੁਧਿਆਣੇ ਇੱਥੇ ਆਇਆ ਉਸ ਟਾਈਮ ਆਪਣੇ ਬੰਦਿਆਂ ਨੂੰ ਨਾ ਕੰਮ ਨਹੀਂ ਸੀ ਸਿਖਾਇਆ ਜਾਂਦਾ। ਮੈਨੂੰ ਇਹ ਕਿਹਾ ਗਿਆ ਬਈ ਤੂੰ ਆਪਣੇ ਆਪ ਨੂੰ ਇਹ ਨਹੀਂ ਸ਼ੋਅ ਕਰਨਾ ਹੈਗਾ ਕਿ ਤੂੰ ਰਮਦਾਸੀਆ ਹੈਗਾ, ਤੂੰ ਇਹ ਸ਼ੋਅ ਕਰਨਾ ਹੈਗਾ ਬਈ ਮੈਂ ਝੋਰਾ ਦਾ ਮੁੰਡਾ ਹੁੰਦਾ। ਮੈਂ ਉਸੇ ਹਿਸਾਬ ਦੇ ਨਾਲ 2 ਮਹੀਨੇ ਲਗਾਤਾਰ ਫ੍ਰੀ ਕੰਮ ਕੀਤਾ, ਕੋਈ ਪੈਸਾ ਨਹੀਂ ਲਿਆ, ਲੇਕਿਨ ਮੈਂ ਆਪਣੇ ਆਪ ਨੂੰ ਸਾਫ ਸੁਥਰਾ ਬਹੁਤ ਰੱਖਦਾ ਹੁੰਦਾ ਸੀਗਾ। ਪਾਉਂਦਾ ਮੈਂ ਖੱਦਰ ਦੇ ਕੱਪੜੇ ਸੀਗਾ, ਖੱਦਰ ਦੇ ਕੱਪੜੇ ਪਾਉਣ ਦੇ ਨਾਲ ਪਰ ਸਾਫ ਹੁੰਦੇ ਸੀ। ਜਿਹੜਾ ਫੋਰਮੈਨ ਸੀਗਾ ਉਹਨੇ ਕਹਿਣਾ ਵੀ ਇਹ ਮੁੰਡਾ ਕਿਤੇ ਹੈ ਤਕੜੇ ਪਰਿਵਾਰ ਦਾ। ਜਿਹੜੀ ਮੇਰੀ ਡੱਬਾ ਸੀਗਾ ਉਸ ਟਾਈਮ 4 ਰੁਪਏ 14 ਨੇ ਲਾਇਆ ਸੀਗਾ। ਤਾਂ ਫਿਰ ਉਸ ਨੂੰ ਕਿਸੇ ਉਹ ਮੇਰੇ ਕੋਲ ਨਾ ਰੋਟੀ ਮੰਗਵਾਉਂਦਾ ਹੁੰਦਾ ਸੀ ਹੋਟਲ ਦੇ ਉੱਤੋਂ। ਰੋਟੀ ਮੰਗਾ ਕੇ ਇੱਕ ਦਿਨ ਉਸ ਨੂੰ ਇਹ ਪਤਾ ਲੱਗ ਗਿਆ ਬਈ ਮਤਲਬ ਤੂੰ ਤਾਂ ਇਹ ਦਾ ਮੁੰਡਾ ਰਮਦਾਸੀਆਂ ਦਾ ਹੈਗਾ, ਵਿੱਚ ਚਮਾਰਾਂ ਦਾ ਹੈਗਾ। ਹਾਲੇ ਮੈਂ ਗਿਆ ਹੀ ਸੀਗਾ ਤਾਂ ਮੈਨੂੰ ਉਹ ਗਾਲਾਂ ਕੱਢਣਾ ਸ਼ੁਰੂ ਕਰ ਦਿੱਤੀਆਂ ਉਹਨੇ ਬਈ ਤੂੰ ਮੈਨੂੰ ਦੱਸਿਆ ਕਿਉਂ ਨਹੀਂ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਦੱਸ ਮੈਂ ਤੈਨੂੰ ਕਿਹੜੀ ਚੀਜ਼ ਨੇ ਦੱਸੀ ਹੈਗੀ ਵੀ ਤੂੰ ਇਹ ਕਹਿੰਦਾ ਹੈਗਾ। ਕਹਿਣ ਲੱਗਿਆ ਵੀ ਤੂੰ ਚਮਾਰਾਂ ਦਾ ਮੁੰਡਾ। ਮੈਂ ਕਿਹਾ ਤੂੰ ਮੈਨੂੰ ਪੁੱਛਿਆ ਵੀ ਤੂੰ ਚਮਾਰਾਂ ਦਾ ਮੁੰਡਾ, ਵੀ ਮੈਂ ਤੈਨੂੰ ਦੱਸਿਆ ਨਹੀਂ ਹੈਗਾ। ਕਹਿੰਦਾ ਵੀ ਮੈਂ ਤੇਰੇ ਥੱਪੜ ਮਾਰੂ। ਮੈਂ ਕਿਹਾ ਦੇਖ ਗੱਲ ਸੁਣ, ਆ ਤੇਰਾ ਭਾਈ ਆ,
ਇਹ ਮੇਰੇ ਬਰਾਬਰ ਦਾ, ਔਰ ਮੈਂ ਇਹਦੇ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਹੈਗਾ। ਇਹ ਮੇਰੇ ਨਾਲ ਘੁਲ ਕੇ ਦੇਖ ਲਵੇ, ਇਹ ਮੇਰੇ ਨਾਲ ਲੜ ਕੇ ਦੇਖ ਲਵੇ, ਇਹ ਮੇਰੇ ਨਾਲ ਕੰਮ ਕਰਕੇ ਦੇਖ ਲਵੇ। ਜਿਹੜਾ ਉਹ 2 ਸਾਲ 'ਚ ਕੰਮ ਨਹੀਂ ਸੀ ਕਰ ਸਕਿਆ, ਮੈਂ 3 ਮਹੀਨੇ ਦੇ ਵਿੱਚ ਉਸ ਨੂੰ ਵਧੀਆ ਕੰਮ ਕਰਨਾ ਸ਼ੁਰੂ ਕਰ ਦਿੱਤਾ। ਤੇ ਉਹ ਕਹਿਣ ਲੱਗਿਆ ਮੈਂ ਸਾਡੇ ਥੱਪੜ ਮਾਰੂ। ਮੈਂ ਕਿਹਾ ਜੇ ਤੂੰ ਮੇਰੇ 1 ਥੱਪੜ ਮਾਰਿਆ ਨਾ, ਤੂੰ ਮੇਰੇ 5-4 ਵੀ ਥੱਪੜ ਮਾਰ ਦਿੱਤੇ, ਮੈਂ ਤੇਰੇ 1 ਥੱਪੜ ਮਾਰ ਦਿੱਤਾ ਨਾ, ਤੇਰੀ ਬੇਇੱਜ਼ਤੀ ਬਹੁਤ ਹੋ ਜਾਣੀ ਹੈ। ਤੇ ਹੁਣ ਤੂੰ ਸੋਚ ਲੈ, ਭਾਵੇਂ ਮੇਰਾ ਜਦੀ ਹਿਸਾਬ ਹੋ ਗਿਆ, ਹਿਸਾਬ ਹੋ ਕੇ ਮੈਨੂੰ ਉਹਨੇ ਖੇਡ ਦਾ ਰਸਤਾ ਦਿਖਾਤਾ। ਉਸ ਤੋਂ ਬਾਅਦ ਫਿਰ ਮੈਂ ਚਲਿਆ ਗਿਆ। ਮੈਂ ਦੂਜੇ ਦਿਨ ਹੀ, ਇੱਥੇ ਮੇਰੀ 20 ਰੁਪਏ ਤਨਖਾਹ ਸੀ, ਉੱਥੇ ਫਿਰ ਮੇਰੀ 40 ਰੁਪਏ ਤਨਖਾਹ ਲੱਗ ਗਈ ਦੂਜੇ ਦਿਨ 40 ਰੁਪਏ ਤੋਂ ਬਾਅਦ ਉੱਥੇ ਮੈਂ ਮਹੀਨਾ ਕੰਮ ਕੀਤਾ। 40 ਤੋਂ ਫਿਰ ਮੇਰੀ 65 ਰੁਪਏ ਤਨਖਾਹ ਹੋ ਗਈ। 65 ਤੋਂ ਬਾਅਦ ਫਿਰ 8 ਮਹੀਨੇ ਹੋਰ ਤੋਂ ਕੰਮ ਕੀਤਾ। ਉਸ ਤੋਂ ਬਾਅਦ ਫਿਰ ਮੈਂ 1962 ਦੇ ਵਿੱਚ ਇੱਥੇ ਆਪਣੇ ਕੰਮ ਕੀਤਾ ਗੋਬਿੰਦਰਾ ਮੈਂਡਸਾਨ ਦੇ ਵਿੱਚ। ਇੱਥੇ ਮੇਰੀ 125 ਰੁਪਏ ਤਨਖਾਹ ਲੱਗ ਗਈ। ਜਿਹੜਾ ਉਸਤਾਦ ਸੀ ਮੇਰਾ, ਉਹਦੀ 150 ਰੁਪਏ ਤਨਖਾਹ ਸੀਗੀ, ਜਿਹਨੇ ਮੈਨੂੰ ਕੰਮ ਸਿਖਾਇਆ। ਤੇ ਮੇਰੀ ਉਸ ਟਾਈਮ ਤਨਖਾਹ ਬਹੁਤ ਘੱਟ ਸੀਗੀ, 125 ਤੋਂ ਉਹਦਾ 150 ਸੀਗੀ। ਫਿਰ ਵਕਤ ਨੇ ਐਸਾ ਧੱਕਾ ਦਿੱਤਾ, ਮੇਰੀ ਤਨਖਾਹ 50 ਰੁਪਏ ਵੱਧ ਗਈ ਉੱਤੇ। ਫਿਰ ਮੈਨੂੰ ਮੌਕਾ ਮਿਲ ਗਿਆ HMT ਜਾਣ ਦਾ। ਉਹਦੇ ਵਿੱਚ ਮੇਰੀ ਤਨਖਾਹ ਵੱਧਦੀ 500 ਰੁਪਏ ਹੋ ਗਈ। ਜਿਹੜਾ ਮੇਰਾ ਉਸਤਾਦ ਸੀ ਉਹ 350 ਰੁਪਏ ਲੈਂਦਾ ਸੀਗਾ ਤੇ ਮੈਂ 500 ਰੁਪਏ ਲੈਂਦਾ ਸੀਗਾ। ਫਿਰ ਜਿਹੜੇ ਬੰਦਿਆਂ ਦੇ ਅੰਡਰ ਮੈਂ ਕੰਮ ਕੀਤਾ ਸੀਗਾ ਉਹੀ ਮੇਰੇ ਅੰਡਰ ਆ ਗਏ ਸਾਰੇ। ਫਿਰ ਉਸ ਤੋਂ ਬਾਅਦ ਫਿਰ ਮੈਂ ਆਪਣੇ ਮੈਟਰੋ ਟਾਇਰ 'ਚ ਚਲਾ ਗਿਆ। ਇੱਥੇ ਹੜਤਾਲ ਹੋ ਗਈ ਕਾਫੀ ਜ਼ਿਆਦਾ। ਹੜਤਾਲ ਹੋਣ ਦੇ ਨਾਲ ਫਿਰ ਮੈਂ ਕੰਪਨੀ ਛੱਡ ਦਿੱਤੀ। ਫਿਰ ਉਹ ਮੈਨੂੰ ਸਰਦਾਰ ਕਹਿਣ ਲੱਗਿਆ ਵੀ ਤੂੰ ਕਿਉਂ ਛੱਡ ਰਿਹਾ ਹੈਗਾ, ਵੀ ਤੂੰ ਤਾਂ ਫੋਰਮੈਨ ਹੈਗਾ। ਕਹਿੰਦਾ, ਮੈਂ ਕਿਹਾ ਵੀ ਜਦ ਮੈਨੂੰ ਪੈਸੇ ਨਹੀਂ ਦਿੰਦੇ, ਜਦ ਮੈਨੂੰ ਪੈਸੇ ਨਹੀਂ ਦਿੰਦੇ ਮੈਂ ਮਤਲਬ ਕਿਉਂ ਤੇਰਾ, ਮੈਨੂੰ 3 ਮਹੀਨੇ ਹੋ ਗਏ ਮੈਨੂੰ ਪੈਸੇ ਨਹੀਂ ਮਿਲਦੇ। ਕਹਿੰਦਾ ਵੀ ਫੋਰਮੈਨ ਤਾਂ ਕੋਈ ਕੰਮ ਹੀ ਨਹੀਂ ਕਰ ਸਕਦੇ, ਤੇ ਮੈਂ ਕਿਉਂ ਨਹੀਂ ਕਰ ਸਕਦੇ, ਮੈਨੂੰ ਦੱਸ ਕਿਹੜਾ ਕੰਮ ਕਰਕੇ ਦੇਵਾਂਗਾ। ਫਿਰ ਮੇਰੀ ਇਹਨਾਂ ਨੇ 600 ਰੁਪਏ ਤਨਖਾਹ ਲਾਈ ਨਾ, ਉੱਥੇ 800 ਸੀ, ਘੱਟ ਗਈ ਤਨਖਾਹ, ਮੈਨੂੰ 600 ਰੁਪਏ ਮਿਲਿਆ। ਅਗਲੇ ਮਹੀਨੇ ਹੀ ਮੰਨ ਲਓ ਜਿਹੜੇ ਬੰਦੇ ਸੀਗੇ ਦਿੱਲੀ ਤੋਂ ਚੈਨ ਪਲਾਂਟ ਦਾ ਕੰਮ ਕਰਦੇ ਸੀਗੇ। ਚੈਨ ਪਲਾਂਟ ਦਾ ਮੈਂ HMT ਕੰਮ ਕੀਤਾ ਸੀਗਾ। ਉਹ ਜਦ ਮੇਰੀ ਇੰਟਰਵਿਊ ਹੋਈ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਤੂੰ ਕਹਿੰਦੇ ਕਿੱਥੇ ਤੱਕ ਤੁਸੀਂ ਐਕੂਰੇਸੀ ਦੇ ਸਕਦੇ ਹੋ। ਮੈਂ ਕਿਹਾ ਮੈਂ ਉਹਨੂੰ ਕਿਹਾ ਮੈਂ 1 ਮਾਈਕਰੋਨ ਤੱਕ ਦੇ ਸਕਦਾ ਹੈਗਾ, ਜਦ ਕਿ 1 ਇੰਚ ਦਾ 25,400 ਮੈਸਾ ਹੁੰਦਾ ਹੈ। ਫਿਰ ਉਹ ਕਹਿੰਦਾ ਵੀ ਜਿਵੇਂ ਮੈਂ ਕਹੂੰਗਾ ਉਵੇਂ ਤੂੰ ਕਰੇਗਾ। ਮੈਂ ਕਿਹਾ ਹਾਂਜੀ ਬਿਲਕੁਲ ਉਵੇਂ ਕਰੂੰਗਾ। ਕਹਿੰਦਾ ਆ ਜਾ ਵੀ ਟਰਾਈ ਤੇ। ਉਹ ਜਿਹੜੇ ਬੰਦੇ ਆਪਣੇ ਆਪ ਨੂੰ ਕਹਿੰਦੇ ਸੀਗੇ ਵੀ ਮਤਲਬ ਅਸੀਂ ਤਾਂ ਬਹੁਤ ਜ਼ਿਆਦਾ ਕਾਰੀਗਰ ਹੈਗੇ ਆ, ਉਹ ਮੇਰੇ ਹਿਸਾਬ ਦੇ ਨਾਲ ਤਾਂ ਉਹ ਬਹੁਤ ਡਾਊਨ ਸੀਗੇ। ਫਿਰ 2-3 ਮਹੀਨੇ ਤੋਂ ਬਾਅਦ ਉਹ ਮੇਰੇ ਨਾਲ ਲੱਗਣ ਲੱਗ ਗਿਆ ਵੀ ਮਤਲਬ ਕਿਤੇ ਜਿਹੜੇ ਇਸਦੇ ਭੇਤ ਹੈਗੇ ਨੇ ਬਾਹਰ ਨਾ ਦੇਣਾ ਸ਼ੁਰੂ ਕਰੇ। ਫਿਰ ਉਸ ਤੋਂ ਬਾਅਦ ਮਤਲਬ ਮੈਂ ਇਹ ਤਕਰੀਬਨ 16 ਸਾਲ ਇੱਥੇ ਕੰਮ ਕੀਤਾ। 18 ਸਾਲ ਮੈਂ ਗੋਬਿੰਦਰਾ ਮੈਂਡਸਾਨ 'ਚ ਕੰਮ ਕੀਤਾ। ਉਸ ਤੋਂ ਬਾਅਦ ਫਿਰ ਜਦ ਆਪਣੇ ਇਹ ਹੋਇਆ ਤੇਰੇ ਸਾਡੇ ਟਰੈਕਟਰ ਦੇ ਜਿਹੜੇ ਹੈਗੇ ਨਾ ਟਾਇਰ, ਉਹ ਬਣਦੇ ਸੀਗੇ ਟਰੈਕਟਰ ਦੇ ਤੇ ਗੱਡੀਆਂ ਦੇ, ਜੀਪਾਂ ਦੇ, ਕਾਰਾਂ ਦੇ, ਮੋਟਰਸਾਈਕਲ ਦੇ, ਸਕੂਟਰਾਂ ਦੇ, ਉਹਨਾਂ ਵਿੱਚ ਮੈਂ ਡਿਵੈਲਪਮੈਂਟ ਇੰਚਾਰਜ ਸੀਗਾ। ਉਸ ਤੋਂ ਬਾਅਦ ਮੈਂ ਬਿਮਾਰ ਹੋਣਾ ਸ਼ੁਰੂ ਹੋ ਗਿਆ। ਬਸ ਜਾ ਕੇ ਇੱਕ ਦਿਨ ਉਹਦੇ ਨਾਲ ਗੜਬੜ ਹੋ ਗਈ। ਫੈਕਟਰੀ ਦੇ ਜਿਹੜਾ ਇੰਜੀਨੀਅਰ ਸੀਗਾ, ਕੰਮ ਤਾਂ ਮੇਰਾ ਠੀਕ ਸੀ, ਲੇਕਿਨ ਜਦ ਤੀਜੀ ਮੰਜ਼ਿਲ ਤੇ ਮੇਰਾ ਦਫ਼ਤਰ ਸੀ, ਤੀਜੀ ਮੰਜ਼ਿਲ ਜਦ ਮੈਂ ਥੱਲੇ ਆਉਣਾ ਪੈਂਦਾ ਸੀਗਾ ਤਾਂ ਮੇਰੀ ਜਿਹੜੀ ਜਲਦੀ ਧੜਕਣ ਸੀ ਤੇਜ਼ ਹੋ ਜਾਂਦੀ ਸੀ। ਫਿਰ ਉਹਨਾਂ ਨੇ ਦੇਖਿਆ ਵੀ ਹੁਣ ਮੈਂ ਓਵਰ ਜ਼ਿਆਦਾ ਹੋ ਚੁੱਕਿਆ ਉਮਰ ਦੇ ਮੁਤਾਬਕ। ਫਿਰ ਮੈਂ ਕਿਹਾ ਵੀ ਮੈਂ ਹੁਣ ਕੰਮ ਹੀ ਨਹੀਂ ਕਰਨਾ ਹੈਗਾ। ਇੱਕ ਵਾਰ ਮੇਰੀ ਚੱਕ ਉਹਦੀ ਇੰਜੀਨੀਅਰ ਦੇ ਨਾਲ ਹੋਈ, ਮੈਂ ਕਿਹਾ ਮੈਂ ਨਹੀਂ ਕੰਮ ਕਰਨਾ। ਫਿਰ ਉਹ ਕਹਿਣ ਲੱਗੇ 500 ਰੁਪਏ ਤੋਂ ਤਰੱਕੀ ਦੇ ਦਿੰਦੇ ਆ, ਤੂੰ ਥੱਲੇ ਦੇ ਹਿੱਸੇ 'ਚ ਆ ਜਾ। ਮੈਂ ਕਿਹਾ ਵੀ ਮੈਂ ਕੰਮ ਹੀ ਨਹੀਂ ਕਰਨਾ, ਕਿਉਂਕਿ ਕਿੱਥੇ ਤਾਂ ਮੈਂ ਅਫਸਰ ਸੀਗਾ, ਕਿੱਥੇ ਤਾਂ ਮੈਂ ਅਗਲੇ ਨੂੰ ਕਹਿੰਦਾ ਹਲੋ ਇਹ ਕੰਮ ਕਿਉਂ ਨਹੀਂ ਹੋਇਆ, ਕਿੱਥੇ ਮੈਂ ਅਗਲੇ ਨੂੰ ਮੈਨੂੰ ਕਹਿੰਦਾ ਸਰਦਾਰ ਜੀ ਇੱਥੇ ਕੁਰਸੀ 'ਤੇ ਬੈਠੇ ਰਹਿੰਦੇ ਹੋ ਤੇ ਇਹ ਕੰਮ ਕੌਣ ਕਰੂਗਾ। ਖੈਰ ਜੀ ਮੈਂ ਜਵਾਬ ਦੇ ਦਿੱਤਾ। ਉਸ ਤੋਂ ਬਾਅਦ ਫਿਰ ਮੈਨੂੰ ਉਹਨਾਂ ਨੇ ਅਰਜੀਤ ਕਰ ਦਿੱਤਾ। ਹਰਦੇਵ ਸਿੰਘ ਜੀ 30 ਜੂਨ ਨੂੰ ਸੰਖੇਪ ਬਿਮਾਰੀ ਪਿੱਛੋਂ ਸਭਨਾਂ ਨੂੰ ਅਲਵਿਦਾ ਆਖ ਰੁਖਸਤ ਹੋ ਗਏ। ਹਰੀ ਦੇ ਚਰਨਾਂ ਵਿੱਚ ਜਾ ਬਿਰਾਜੇ। माटी को उतरा कैसे नचत है, माटी को
पुत्रा कैसे नचत है। माटी को पुत्रा कैसे नचत है। देख देख सुने बोले, देख देख सुने बोले, दौड़ो फिरत है कैसे नचत है। माटी को पुत्रा कैसे नचत है। माटी को पुत्रा कैसे नचत है। देख देख सुने बोले, देख देख सुने बोले, दौड़ो फिरत है कैसे नचत है। माटी को पुत्रा कैसे नचत है। ਸਰਦਾਰ ਹਰੀ ਸਿੰਘ ਆਪਣੇ ਨਾਂ ਦੇ ਨਾਲ ਅਜਿਹਾ ਸ਼ਖਸ ਸੀ ਜਿਹੜਾ ਆਪਣੇ ਪਿੰਡ ਦਾ ਨਾਂ ਲਾਉਂਦਾ ਸੀ। ਜਦੋਂ ਪਟਿਆਲੇ ਨੌਕਰੀ ਕਰਨ ਗਏ, ਪਟਿਆਲੇ ਉਹਨਾਂ ਦੀ ਪਹਿਲੀ ਨੌਕਰੀ ਲੱਗੀ ਪਿੰਡ 'ਚੋਂ ਪੜ੍ਹ ਕੇ। ਉਹਨਾਂ ਨੇ ਆਪਣੇ ਉਦੋਂ ਤੋਂ ਹੀ ਆਪਣੇ ਨਾਂ ਦੇ ਨਾਲ ਹਰੀ ਸਿੰਘ ਧਮੋਟ ਆਪਣੇ ਪਿੰਡ ਦਾ ਨਾਂ ਉਹਨਾਂ ਨੇ ਲਾ ਲਿਆ। ਆਪਣਾ ਗੋਤ ਨਹੀਂ ਲਾਇਆ, ਨਾਲ ਪਿੰਡ ਦਾ ਨਾਂ ਰੱਖਿਆ। ਇਸੇ ਤਰ੍ਹਾਂ ਉਹ ਪਟਿਆਲੇ ਦੇ ਵਿੱਚ ਮਸ਼ਹੂਰ ਹੋਏ ਹਰੀ ਸਿੰਘ ਧਮੋਟ ਵਜੋਂ। ਜਦੋਂ ਬਾਅਦ ਵਿੱਚ ਚੰਡੀਗੜ੍ਹ ਆ ਗਏ ਤਾਂ ਚੰਡੀਗੜ੍ਹ ਵੀ ਧਮੋਟ ਉਹਨਾਂ ਦੇ ਨਾਲ ਆਇਆ, ਪਿੰਡ ਦਾ ਨਾਮ ਨਾਲ ਆਇਆ। ਔਰ ਇੱਥੇ ਜਿੰਨੀ ਦੇਰ ਸਰਵਿਸ ਕੀਤੀ ਹਰੀ ਸਿੰਘ ਧਮੋਟ ਬਣ ਕੇ ਹੀ ਉਹਨਾਂ ਨੇ ਸਰਵਿਸ ਕੀਤੀ। ਔਰ ਅੱਗੇ ਉਹਨਾਂ ਦੇ ਜਿਹੜੇ ਛੋਟੇ ਭਾਈ ਸਨ ਮਾਸਟਰ ਸੁਖਦੇਵ ਸਿੰਘ ਜੀ, ਉਹਨਾਂ ਨੇ ਬੱਚਿਆਂ ਨੂੰ ਪੜ੍ਹਾਉਣ ਦਾ ਜਿਹੜਾ ਇਲਮ ਹੈ, ਜਿਹਨੂੰ ਨੌਲੇਜ ਕਹਿੰਦੇ ਆ, ਉਸ ਨੂੰ ਅੱਗੇ ਤਕਸੀਮ ਕਰਨ ਦਾ, ਵੰਡਣ ਦਾ ਉਹਨਾਂ ਨੇ ਕੰਮ ਸ਼ੁਰੂ ਕਰਤਾ ਸੀ। ਬੱਚਿਆਂ ਰਾਹੀਂ ਉਹ ਗਿਆਨ ਸਾਰੇ ਟੱਬਰ 'ਚ, ਜਿੰਨੇ ਪਿੰਡ ਦੇ ਟੱਬਰ ਸਨ, ਪਰਿਵਾਰ ਸਨ, ਉਹਨਾਂ ਨੂੰ ਪਹੁੰਚਾਉਂਦੇ ਰਹੇ। ਉਹਨਾਂ ਦਾ ਉਹ ਛੋਟਾ ਭਾਈ ਸੀ ਹਰਦੇਵ, ਔਰ ਦਰਮਿਆਨ ਦੇ ਵਿੱਚ ਕਿਤੇ ਸੁਰਜੀਤ ਕੌਰ ਜਿਹੜੀ ਮੇਰੀ ਸੁਪੁੱਤਰੀ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਪਰਿਵਾਰ ਆ ਉਹ ਪਿੰਡ ਦੇ ਵਿੱਚ ਮੋਹਰੀ ਪਰਿਵਾਰ ਰਿਹਾ। ਪਿੰਡ ਦੇ ਵਿੱਚ ਮੋਹਰੀ ਪਰਿਵਾਰ ਸੀ। ਉਹਦੀ ਦੋ ਵਜ੍ਹਾ ਸੀਗੀਆਂ। ਇੱਕ ਤਾਂ ਇਹ ਸੀ ਕਿ ਹਰੀ ਸਿੰਘ ਉਸ ਪਿੰਡ ਦਾ ਪਹਿਲਾ ਲਾਡਲਾ ਪੁੱਤਰ ਸੀ ਜਿਹੜਾ ਪੜ੍ਹਿਆ ਔਰ ਜਿਹਨੇ ਨੌਕਰੀ ਕੀਤੀ। ਨੰਬਰ 2 ਇਹ ਸੀ, ਨੌਕਰੀ ਤਾਂ ਹੋਰ ਵੀ ਲੋਕ ਕਰਦੇ ਹੋਣਗੇ, ਪਰ ਹਰੀ ਸਿੰਘ ਦੇ ਵਿੱਚ ਇੱਕ ਖੂਬੀ ਇਹ ਸੀ ਕਿ ਉਹ ਦੂਸਰਿਆਂ ਦਾ ਭਲਾ ਕਰਨ ਦੇ ਵਿੱਚ ਹਮੇਸ਼ਾ ਅੱਗੇ ਰਹਿੰਦੇ ਸਨ। ਉਹਨਾਂ ਦੇ ਦਿਲ ਵਿੱਚ ਕੋਈ ਇਹੋ ਜਿਹਾ ਹੀ ਵਸਿਆ ਹੋਇਆ ਸੀ, ਰੱਬ ਦੇ ਵੱਲੋਂ ਹੀ ਕੋਈ ਉਹਨਾਂ ਨੂੰ ਇਹ ਮਿਲੀ ਹੀ ਦਾਤ ਸੀ ਕਿ ਉਹ ਲੋਕਾਂ ਦੇ ਭਲੇ ਵਿੱਚ ਹੀ ਜ਼ਿਆਦਾ ਯਕੀਨ ਰੱਖਦੇ ਸਨ। ਦੇਖੋ,
ਇਹਨਾਂ ਦੇ ਪਰਿਵਾਰ ਨਾਲ ਜਦੋਂ ਮੈਂ ਜੁੜਿਆ, ਸਰਦਾਰ ਹਰੀ ਸਿੰਘ ਦੀ ਛੋਟੀ ਭੈਣ ਉਹਦੇ ਰਾਹੀਂ, ਤੇ ਇਹੋ ਹੀ ਖੂਬੀਆਂ ਜਿਹੜੀਆਂ ਸਰਦਾਰ ਹਰੀ ਸਿੰਘ ਦੇ ਵਿੱਚ ਖੂਬੀਆਂ ਸਨ, ਉਹ ਖੂਬੀਆਂ ਇਹਨਾਂ ਦੇ ਪਰਿਵਾਰ ਵਿੱਚ ਅੱਗੇ ਟ੍ਰਾਂਸਫਰ ਹੋਈਆਂ। ਉਹੀ ਖੂਬੀ ਲੈ ਕੇ ਸੁਰਜੀਤ ਕੌਰ ਸਾਡੇ ਲੁਧਿਆਣੇ ਪਹੁੰਚੀ ਸੀ, ਔਰ ਉਹਨੇ ਆਂਢੀਆਂ ਗੁਆਂਢੀਆਂ ਦੀ ਭਲਾਈ ਜਿੱਥੇ ਵੀ ਲੋੜ ਪੈਂਦੀ ਸੀ ਉਹ ਡਟ ਕੇ ਖੜ ਜਾਂਦੀ ਸੀ। ਹਰ ਇੱਕ ਦੀ ਭਲਾਈ ਦੇ ਵਿੱਚ ਉਹਨੇ ਆਪਣਾ ਯੋਗਦਾਨ ਪਾਇਆ। ਔਰ ਇਹ ਮੈਂ ਸਮਝਦਾ ਸਰਦਾਰ ਹਰੀ ਸਿੰਘ ਤੋਂ ਜਾਂ ਉਹਨਾਂ ਦੇ ਪਿਤਾ ਜੀ ਤੋਂ, ਉਹਨਾਂ ਦੇ ਤਾਇਆ ਜੀ ਤੋਂ, ਉਹਨਾਂ ਦੇ ਮਾਤਾ ਜੀ ਤੋਂ ਜਿਹੜੀ ਇਹ ਗੱਲ ਇਹਨਾਂ ਨੂੰ ਗੁੜਤੀ 'ਚ ਮਿਲੀ ਹੋਈ ਸੀ ਸਰਦਾਰ ਹਰੀ ਸਿੰਘ ਨੂੰ, ਉਹ ਗੱਲ ਇਹਨਾਂ ਨੇ ਹੌਲੀ ਹੌਲੀ ਅੱਗੇ ਵਧਾਈ ਔਰ ਸਾਰੇ ਪਰਿਵਾਰ ਵਿੱਚ ਉਹ ਗੱਲ ਗੁੜਤੀ ਦੇ ਰੂਪ ਵਿੱਚ ਹੀ ਸ਼ਾਮਲ ਹੈ ਵੀ ਲੋਕਾਂ ਦੀ ਭਲਾਈ ਕਰਨੀ ਆ। ਭਰਾਵਾਂ 'ਚ ਗੱਲ ਪਹਿਲਾਂ ਆਈ, ਫਿਰ ਬੱਚਿਆਂ ਵਿੱਚ ਵੀ ਉਹੀ ਗੱਲ ਅੱਗੇ ਵਧੀ ਹੈ। ਭਾਵੇਂ ਉਹਦਾ ਸੁਪੁੱਤਰ ਆਕਾਸ਼ਵਾਣੀ 'ਚ ਕੰਮ ਕਰਦਾ ਰਿਹਾ, ਆਕਾਸ਼ਵਾਣੀ 'ਚ ਕੰਮ ਕਰਦਿਆਂ ਲੇਖਾਂ ਨਾਲ ਮਿਲਿਆ, ਲੇਕਿਨ ਨਾਲ ਆਪਣੇ ਪਿਤਾ ਜੀ ਦਾ ਨਾਮ ਹਮੇਸ਼ਾ ਇਹਨਾਂ ਦੇ ਨਾਲ ਚੱਲਦਾ ਰਿਹਾ, ਹਰੀ ਸਿੰਘ ਧਮੋੜ ਦਾ ਨਾਮ ਨਾਲ ਚੱਲਦਾ ਰਿਹਾ ਔਰ ਇਹਨਾਂ ਨੇ ਉਹ ਨਾਮ ਅੱਗੇ ਵਧਾਇਆ। ਇਹਨਾਂ ਦੇ ਸੁਪੁੱਤਰਾਂ ਨੇ ਹਰੀ ਸਿੰਘ ਧਮੋੜ ਦਾ ਨਾਮ ਅੱਗੇ ਵਧਾਇਆ ਔਰ ਹੁਣ ਇਸ ਵੇਲੇ ਜਿੱਥੇ ਵੀ ਅਸੀਂ ਰਹਿੰਦੇ ਹਾਂ, ਹਰੀ ਸਿੰਘ ਧਮੋੜ ਦੀ ਕਿਤੇ ਗੱਲ ਕਰ ਲਓ ਸਾਰੇ ਤਕਰੀਬਨ ਜਾਣਦੇ ਨੇ। ਹਰੀ ਸਿੰਘ ਧਮੋੜ ਦਾ ਨਾਮ ਬਹੁਤ ਮੈਂ ਸਮਝਦਾ ਪਾਵਨ, ਪਵਿੱਤਰ ਤੇ ਪੁਨੀਤ ਹੈ, ਜਿਹੜਾ ਅਸੀਂ ਸਾਰੇ ਜਪਦੇ ਰਹਿੰਦੇ ਹਾਂ। ਹਰੀ ਸਿੰਘ ਦੇ ਛੋਟੇ ਭਾਈ ਤਾਂ ਮੈਂ ਦੱਸਿਆ ਹੀ ਆ ਤੁਹਾਨੂੰ, ਮਾਸਟਰ ਸੁਖਦੇਵ ਸਿੰਘ ਜੀ, ਹਰਦੇਵ ਜੀ, ਤੇ ਇੱਕ ਉਹ ਤੋਂ ਛੋਟੇ ਸਨ ਅਜਮੇਰ, ਸਭ ਤੋਂ ਛੋਟੇ ਸਨ, ਲੇਕਿਨ ਉਹ ਵੀ ਤੁਸੀਂ ਇਹ ਸਮਝ ਲਓ ਵੀ ਬਿਲਕੁਲ ਪੁੰਜ ਸਨ ਲੋਕਾਂ ਦੀ ਭਲਾਈ ਕਰਨ ਦੇ। ਔਰ ਸਾਰਿਆਂ ਵਿੱਚ ਇਹ ਗੱਲ ਸੀ ਕਿ ਕੋਈ ਕੰਮ ਪਿੰਡ ਵਾਲਿਆਂ ਨੂੰ ਕੰਮ ਪੈ ਗਿਆ, ਆਂਢੀਆਂ ਗੁਆਂਢੀਆਂ ਨੂੰ ਕੰਮ ਪੈ ਗਿਆ, ਤਾਂ ਇਹ ਪਰਿਵਾਰ ਪਹਿਲਾਂ ਉਹਨਾਂ ਦੇ ਨਾਲ ਖਲੋਂਦਾ ਰਿਹਾ। ਇਹ ਪਰਿਵਾਰ ਦੇ ਵਿੱਚ ਖੂਬੀ ਹੈ ਔਰ ਇਹ ਖੂਬੀ ਚਾਰੇ ਭਾਈਆਂ ਦੇ ਵਿੱਚ ਬਿਰਾਜਮਾਨ ਹੈ। ਔਰ ਅੱਗੇ ਲੀਐਸ ਪੁੱਤਰਾਂ ਨੂੰ ਉਹ ਵੀ ਇਸੇ ਤਰ੍ਹਾਂ ਹੀ ਕੰਮ ਕਰਦੇ। ਸਾਡੇ ਬਾਪੂ ਜੀ ਦਾ ਨਾਮ ਨਾ ਈਸ਼ਰ ਸਿੰਘ ਸੀ। ਸਾਡੇ ਬਾਪੂ ਜੀ ਦੇ ਅਸੀਂ 5 ਭਰਾ ਸੀਗੇ, ਜਿਨ੍ਹਾਂ ਦਾ ਸਭ ਤੋਂ ਵੱਡਾ ਦਾ ਨਾਮ ਸੀਗਾ ਹਰੀ ਸਿੰਘ, ਸਰਦਾਰ ਹਰੀ ਸਿੰਘ, ਉਸ ਤੋਂ ਬਾਅਦ ਸਰਦਾਰ ਸੁਖਦੇਵ ਸਿੰਘ, ਤੇ ਤੀਸਰੇ ਨੰਬਰ ਤੇ ਸਰਦਾਰ ਹਰਦੇਵ ਸਿੰਘ, ਚੌਥੇ ਨੰਬਰ ਤੇ ਸਰਦਾਰ ਆਤਮਾਨ ਸਿੰਘ, ਤੇ 5ਵੇਂ ਨੰਬਰ ਤੇ ਸਭ ਤੋਂ ਛੋਟਾ ਮੈਂ ਸੀ। ਮੈਂ ਜਦੋਂ ਤੇ ਹੋਸ਼ ਸੰਭਾਲੀ ਹੈਗੀ ਆ, ਮੈਂ ਤੇ ਬੇਬੇ ਜੀ ਸਾਡੇ ਅਸੀਂ ਪਿੰਡ ਹੀ ਰਹਿੰਦੇ ਸੀ। ਸਾਡੇ ਸਭ ਤੋਂ ਵੱਡੇ ਜਿਹੜੇ ਸੀਗੇ ਭਰਾ ਸਰਦਾਰ ਹਰੀ ਸਿੰਘ, ਸਾਡੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਫਿਰ ਉਹਨਾਂ ਨੇ ਵੀ ਆਪਣਾ ਪਰਿਵਾਰ ਤਾਂ ਨਾਲ ਤੇ ਸਾਡਾ ਆਪਣੀ ਭਰਾਵਾਂ ਦੀ ਜ਼ਿੰਮੇਵਾਰੀ ਵੀ ਹੈ ਜੇ ਫਾਦਰ ਦੇ ਤੌਰ ਤੇ ਉਹਨਾਂ ਨੇ ਵੀ ਨਿਭਾਈ। ਠੀਕ ਹੈ ਜੀ, ਉਹਨਾਂ ਨੇ ਸਾਰਿਆਂ ਨੂੰ ਪੜ੍ਹਾਇਆ ਲਿਖਾਇਆ, ਉਸ ਤੋਂ ਬਾਅਦ ਵਿਆਹ ਵੀ ਕੀਤੇ ਸਾਡੇ। ਉਸ ਤੋਂ ਬਾਅਦ ਉਹਨਾਂ ਨੇ ਫਿਰ ਆਪ ਦੀ ਕਬੀਲਦਾਰੀ ਜਿਹੜੀ ਹੈਗੀ ਆ ਉਹ ਵੀ ਨਿਪਟਾਈ। ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਵੀ 2 ਵਾਰੀ ਨੌਕਰੀ ਉਹਨਾਂ ਨੇ ਹੀ, ਪੱਕੀ ਨੌਕਰੀ 2 ਵਾਰੀ ਉਹਨਾਂ ਨੇ ਹੀ ਦਵਾਈ। ਤੇ ਮਾਸਟਰ ਜੀ ਤਾਂ ਪਹਿਲਾਂ ਹੀ ਸਰਵਿਸ ਤੇ ਹੈਗੇ ਸੀਗੇ। ਫਿਰ ਸਰਦਾਰ ਹਰਦੇਵ ਸਿੰਘ ਸੀ, ਇਹ ਸਾਡੇ ਤੋਂ ਸਾਰਿਆਂ ਨਾਲੋਂ ਥੋੜ੍ਹੇ ਜਿਹੇ ਘੱਟ ਪੜ੍ਹੇ ਲਿਖੇ ਸੀਗੇ, ਤੇ ਇਹ ਵੀ ਇਹਨਾਂ ਦਾ ਵੀ ਜਿਹੜਾ ਬਚਪਨ ਹੈਗਾ ਸੀਗਾ, ਕਾਫੀ ਇਹਨਾਂ ਦੀ ਪੜ੍ਹਾਈ ਵਗੈਰਾ ਹੈਗੀ ਸੀਗੀ ਉਹ ਪਿੰਡ, ਤੇ ਕੁਝ ਪੜ੍ਹਾਈ ਜਿਹੜੀ ਹੈਗੀ ਸੀ ਇਹਨਾਂ ਦੀ ਪਟਿਆਲੇ ਸਰਕਾਰੀ ਸਕੂਲ ਦੇ ਵਿੱਚ ਪੂਰੀ ਕੀਤੀ ਇਹਨਾਂ ਨੇ। ਇਹ ਜ਼ਿਆਦਾ ਤਾਂ ਨਹੀਂ ਪੜ੍ਹ ਸਕੇ, ਇਹਨਾਂ ਨੂੰ ਬੜਾ ਸ਼ੌਂਕ ਸੀਗਾ ਵੀ ਮੈਂ ਕੋਈ ਨਾ ਕੋਈ ਆਪਣਾ ਪ੍ਰਾਈਵੇਟ ਕੰਮ ਹੀ ਕਰਾਂ। ਕੁਝ ਟਾਈਮ ਇਹ ਆਪਣਾ ਫੈਕਟਰੀ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ, ਤੇ ਜਿਹੜਾ ਇਹਨਾਂ ਦਾ ਬਚਪਨ ਹੈਗਾ ਸੀਗਾ ਕੁਝ ਥੋੜ੍ਹਾ ਜਿਹਾ ਸ਼ਰਾਰਤੀ ਟਾਈਪ ਵੀ ਹੈਗਾ। ਇਹ ਬਾਹਰ ਵੀ ਬੱਚਿਆਂ ਦੇ ਨਾਲ ਕਈ ਵਾਰੀ ਲੜ ਪੈਣਾ। ਸਾਡੇ ਫਾਦਰ ਸਾਹਿਬ ਨੇ ਜਦੋਂ ਆਉਣਾ ਤੇ ਉਦੋਂ ਵੀ ਉਹਨਾਂ ਨੇ ਇਹਨੂੰ ਵੀ ਘੂਰਨਾ ਵੀ ਤੂੰ ਵੀ ਕਿਉਂ ਲੜਿਆ ਹੈਗਾ, ਤੇ ਇਸ ਕਰਕੇ ਤੇ ਇਹਨਾਂ ਦੀ ਦਿਲਚਸਪੀ ਹੈਗੀ ਸੀ ਵੀ ਮੈਂ ਕੋਈ ਨਾ ਕੋਈ ਟੈਕਨੀਕਲ ਕੰਮ ਕਰਾਂ। ਇਸ ਕਰਕੇ ਇਹ ਫਿਰ ਇਹਨਾਂ ਨੂੰ ਸਾਡੇ ਬੜੇ ਭਾਈ ਸਾਹਿਬ ਇੱਥੇ ਲੁਧਿਆਣੇ ਲੈ ਆਏ। ਲੁਧਿਆਣੇ ਫਿਰ ਜਦੋਂ ਆਏ ਤਾਂ ਇਹਨਾਂ ਨੇ ਫਿਰ ਆਪਣਾ ਉੱਥੇ ਕਾਰਖਾਨੇ ਦੇ ਵਿੱਚ ਇੱਕ ਕੰਮ ਸ਼ੁਰੂ ਕਰਿਆ ਹੈਗਾ। ਬੜਾ ਵਧੀਆ ਇਹਨਾਂ ਨੇ ਆਪਣਾ ਜੀਵਨ ਜਿਹੜਾ ਹੈਗਾ ਸੀ ਫਿਰ ਉਹ ਨਿਭਾਇਆ, ਆਪਣਾ ਮਕਾਨ ਵੀ ਬਣਾਇਆ। ਬੜਾ ਵਧੀਆ ਉਹਨਾਂ ਦਾ ਵੀ ਪਰਿਵਾਰ ਹੈਗਾ। ਇਸੇ ਤਰ੍ਹਾਂ ਇਹ ਗੱਲ ਜਿਹੜੀ ਹੈਗੀ ਆ ਕਿਸੇ ਨੂੰ ਵੀ ਸ਼ਾਇਦ ਨਹੀਂ ਪਤਾ ਹੈਗਾ, ਠੀਕ ਹੈ, ਵੀ ਸਾਡੇ ਪਿੰਡ ਧਮੋਟ ਆ ਜਿਹੜਾ ਉਹ ਗਿੱਲ ਸਪੋਰਟਸ ਕਲੱਬ ਧਮੋਟ ਆ, ਇਹ ਬਹੁਤ ਪੁਰਾਣਾ ਹੈਗਾ।
ਤੇ ਉੱਥੇ ਵੀ ਇਹ ਗਿੱਲ ਸਪੋਰਟਸ ਕਲੱਬ ਟੀਮ ਜਿਹੜੀ ਸੀਗੀ ਸਾਡੀ ਪਹਿਲਾਂ ਪਿੰਡ ਦੀ ਫੁੱਟਬਾਲ ਦੀ ਟੀਮ ਬਹੁਤ ਮਸ਼ਹੂਰ ਹੁੰਦੀ ਸੀ। ਹਾਕੀ ਦੀ ਵੀ ਟੀਮ ਜਿਹੜੀ ਹੈਗੀ ਆ ਉਹ ਮਸ਼ਹੂਰ ਹੋਈ ਆ ਬਾਅਦ ਦੇ ਵਿੱਚ, ਲੇਕਿਨ ਪਹਿਲਾਂ ਸਾਡੇ ਪਿੰਡ ਦੀ ਫੁੱਟਬਾਲ ਦੀ ਟੀਮ ਜਿਹੜੀ ਸੀਗੀ ਉਹ ਬਹੁਤ ਮਸ਼ਹੂਰ ਹੋਈ। ਉਹਦੇ ਵਿੱਚ ਵੀ ਇਹਨਾਂ ਨੇ ਪਾਰਟਿਸਿਪੇਟ ਕਰਿਆ। ਉਦੋਂ ਇਹ ਕਲੀਨ ਸ਼ੇਪ ਹੁੰਦੇ ਸੀਗੇ, ਸਰਦਾਰ ਇਹ ਬਾਅਦ ਦੇ ਵਿੱਚ ਬਣੇ ਨੇ, ਉਦੋਂ ਪਹਿਲਾਂ ਇਹ ਕਲੀਨ ਸ਼ੇਪ ਹੁੰਦੇ ਸੀਗੇ। ਇਹ ਹੈਗੀ ਆ ਘੱਟੋ ਘੱਟ ਮੇਰਾ ਖਿਆਲ 1956-57 ਦੀ ਗੱਲ ਹੈਗੀ ਆ। ਫਿਰ ਇਹ ਸਰਦਾਰ ਹਰਦੇਵ ਸਿੰਘ ਪਿੰਡ ਪੋਲਿਟਿਕਸ ਦੇ ਵਿੱਚ ਵੀ ਰਹੇ ਥੋੜ੍ਹਾ ਜਿਹਾ। ਸਾਡੇ ਪਾਪਾ ਜੀ ਇੱਕ ਸਿਧਾਂਤਾਂ 'ਤੇ ਹੀ ਚੱਲਦੇ ਸੀ। ਉਹਨਾਂ ਦਾ ਵੀ ਜੇ ਉਹ ਸਮੇਂ ਦੇ ਬਹੁਤ ਪਾਬੰਦ ਸੀ ਔਰ ਸੱਚੇ ਸੁੱਚੇ ਸੁਭਾਅ ਦੇ ਸੀ। ਦੂਜਾ ਰਹਿ ਗਿਆ, ਸੁਭਾਅ ਵੀ ਗਰਮ ਵੀ ਸੀ ਅਤੇ ਨਰਮ ਵੀ ਸੀ। ਜਦੋਂ ਕਿਸੇ ਨੂੰ ਸਮਝਾਉਣਾ ਹੁੰਦਾ ਸੀਗਾ ਤਾਂ ਨਰਮ ਨਾਲ ਵੀ ਆਰਾਮ ਦੇ ਨਾਲ ਵੀ ਸਮਝਾਉਂਦੇ ਸੀ, ਅਤੇ ਜਦੋਂ ਕਿਤੇ ਕੋਈ ਗਲਤੀ ਅਸੀਂ ਕਰਦੇ ਸੀ ਤਾਂ ਗਰਮ ਸੁਭਾਅ ਦੇ ਵੀ ਬਹੁਤ ਬਣ ਜਾਂਦੇ ਸੀ। ਅਤੇ ਉਹਨਾਂ ਦੇ ਦਿੱਤੇ ਪੂਰਿਆਂ 'ਤੇ ਅਸੀਂ ਫਿਲਹਾਲ ਚੱਲ ਰਹੇ ਹਾਂ। ਉਹ ਸਾਨੂੰ ਜਿਸ ਹਿਸਾਬ ਦੇ ਨਾਲ ਮਿਹਨਤ ਉਹਨਾਂ ਨੇ ਕੀਤੀ ਅਤੇ ਉਸ ਹਿਸਾਬ ਦੇ ਨਾਲ ਅਸੀਂ ਵੀ ਆਪਣੇ ਆਪ ਨੂੰ ਅੱਗੇ ਲੈ ਕੇ ਚੱਲਦੇ ਹਾਂ। ਉਹਨਾਂ ਦੀ ਇੱਕ ਆਦਤ ਸੀ ਕਮਿਟਮੈਂਟ। ਜੋ ਕਮਿਟਮੈਂਟ ਉਹ ਕਰ ਲੈਂਦੇ ਸੀ, ਪਹਿਲਾਂ ਉਹ ਸਮੇਂ ਦੀ ਹੁੰਦੀ ਸੀ ਜਾਂ ਕਿਸੇ ਕੰਮ ਦੀ ਹੁੰਦੀ ਸੀ, ਉਹ ਸਮੇਂ ਦੇ ਨਾਲ ਹੀ ਮਤਲਬ ਪੂਰਾ ਕਰ ਦਿੰਦੇ ਸੀ। ਹਰੀ ਦਾ ਦੇਵ ਯਾਨੀ ਹਰਦੇਵ ਸਾਡੇ ਪਰਿਵਾਰ ਦਾ ਮਿਲਖਾ ਸਿੰਘ ਹੀ ਸੀ, ਜਿਸ ਨੇ ਛੋਟੀ ਉਮਰ ਤੋਂ ਹੀ ਜ਼ਿੰਦਗੀ ਨਾਲ ਸੰਘਰਸ਼ ਕਰਦੇ ਹੋਏ ਸਫਲਤਾ ਪ੍ਰਾਪਤ ਕੀਤੀ। ਆਪ ਜੀ ਫੁੱਟਬਾਲ ਦੇ ਬਹੁਤ ਅੱਛੇ ਪਲੇਅਰ ਸਨ। ਸਾਨੂੰ ਮਾਣ ਹੈ ਇਹੋ ਜਿਹੇ ਹਰੀ ਦੇ ਦੇਵ चाचा हरदेव सिंह थे। ना किसी के अभाव में जिए, ना किसी के दबाव में जिए, ये जिंदगी भी हमारे चाचा की थी। जितनी जिए अपने अंदाज में जिए। बुझ गया दीवा, दीवे विच तेल इन्ना सी, नाटक तां हाले चल रहा, तेरा ते साडा मेल इन्ना सी।